सत श्री अकाल जी। आप सारिਆਂ ਦਾ ਸਾਡੇ ਚੈਨਲ ਤੇ ਸਵਾਗਤ ਹੈ। ਸੋ ਅੱਜ ਮੈਂ ਤੁਹਾਡੇ ਲਈ ਲੈ ਕੇ ਆ ਗਿਆ ਸਾਇੰਸ ਦਾ ਅਗਲਾ ਟੈਸਟ, ਜਿਸ ਵਿੱਚ ਅੱਜ ਆਪਾਂ ਕਰਾਂਗੇ ਕੁੱਲ 20 ਕੁਐਸਚਨ, ਜਿੰਦੇ ਵਿੱਚੋਂ 10 ਹੋਣਗੇ ਕੈਮਿਸਟਰੀ ਵਿੱਚੋਂ ਤੇ 10 ਹੋਣਗੇ ਬਾਇਓਲੋਜੀ ਵਿੱਚੋਂ। ਸੋ ज़्यादा ਸਮਾਂ ਨਾ ਵੇਸਟ ਕਰਦੇ ਹੋਏ ਆਪਾਂ ਆਪਣਾ ਟੈਸਟ ਸਟਾਰਟ ਕਰਦੇ ਹਾਂ। ਤੇ ਮੈਂ ਤੁਹਾਨੂੰ ਵੀ ਗੁਜ਼ਾਰਿਸ਼ ਕਰਾਂਗਾ ਕਿ ਤੁਸੀਂ ਆਪਣੀ ਨੋਟਬੁੱਕ ਤੇ ਪੈਨ ਲੈ ਕੇ ਬੈਠ ਜਾਓ, ਸੋ ਦੈਟ ਤੁਸੀਂ ਵੀ ਕੁਐਸਚਨਸ ਨੂੰ ਰਿਟਨ ਕਰ ਸਕੋ ਤੇ ਬਾਅਦ ਚੋਂ ਆਪਣਾ ਰਿਜ਼ਲਟ ਦੇਖ ਸਕੋ ਕਿ ਆਪਾਂ ਨੂੰ 20 ਦੇ ਵਿੱਚੋਂ ਕਿੰਨੇ ਅੰਕ ਪ੍ਰਾਪਤ ਹੋਏ। ਚਲਦੇ ਹਾਂ ਜੀ ਆਪਣੇ ਪਹਿਲੇ ਕੁਐਸਚਨ ਵੱਲ। ਕਹਿੰਦੇ ਜੀ ਦ ਪ੍ਰੋਸੈਸ ਆਫ ਕਨਵਰਜਨ ਆਫ ਸੋਲਿਡ ਟੂ ਗੈਸ ਇਜ਼ ਕਾਲਡ। ਕਹਿੰਦੇ ਜੀ ਸੋਲਿਡ ਤੋਂ ਗੈਸ ਦਾ ਬਣ ਜਾਣਾ, ਇਹਨੂੰ ਕੀ ਬੋਲਿਆ ਜਾਂਦਾ ਹੈ? ਇਹਨੂੰ ਬੋਲਿਆ ਜਾਂਦਾ ਜੀ ਸਬਲੀਮੇਸ਼ਨ। ਆਪਸ਼ਨ ਬੀ ਸਬਲੀਮੇਸ਼ਨ। ਹੁੰਦਾ ਕੀ ਹੈ? ਪੰਜਾਬੀ 'ਚ ਬੋਲਦੇ ਨੇ ਜੀ ਜੌਹਰ ਉੱਡਣਾ। ਇਹਦੇ 'ਚ ਕੀ ਹੁੰਦਾ ਜੀ, ਜਿਵੇਂ ਆਪਾਂ ਸਾਰੇ ਅਕਸਰ ਘਰਾਂ ਦੇ ਵਿੱਚ ਫਿਨਾਇਲ ਦੀਆਂ ਗੋਲੀਆਂ ਵਰਤਦੇ ਹਾਂ ਜੀ, ਕੱਪੜਿਆਂ ਦੇ ਵਿੱਚ ਰੱਖ ਦਿੰਦੇ ਹਾਂ, ਬਟ ਅਗਲੇ ਸਾਲ ਜਦੋਂ ਆਪਾਂ ਕੱਪੜੇ ਖੋਲ੍ਹਦੇ ਹਾਂ ਤੇ ਆਪਾਂ ਨੂੰ ਉਹਨਾਂ ਦੇ ਵਿੱਚੋਂ ਉਹ ਗੋਲੀਆਂ ਨਹੀਂ ਲੱਭਦੀਆਂ। ਉਹ ਗੋਲੀਆਂ ਕੀ ਹੁੰਦਾ ਜੀ, ਉਹ ਸੋਲਿਡ ਤੋਂ ਡਾਇਰੈਕਟਲੀ ਕਨਵਰਟ ਹੋ ਜਾਂਦੀਆਂ ਗੈਸ ਦੇ ਵਿੱਚ ਤੇ ਉੱਡ ਜਾਂਦੀਆਂ। ਚਲਦੇ ਹਾਂ ਜੀ ਆਪਣੇ ਅਗਲੇ ਕੁਐਸਚਨ ਵੱਲ। ਕਹਿੰਦੇ ਜੀ ਦ ਲਿਟਮਸ ਬਲੂ ਟਰਨਸ ਇਨਟੂ ਰੈੱਡ, ਵਾਟ ਕੈਨ ਬੀ ਦ ਪੀਐਚ ਆਫ ਸੋਲਿਊਸ਼ਨ। ਕਹਿੰਦੇ ਜੀ ਜਿਹੜਾ ਨੀਲਾ ਲਿਟਮਸ ਹੈ ਉਹਦਾ ਰੰਗ ਹੋ ਗਿਆ ਜੀ ਲਾਲ। ਠੀਕ ਹੈ ਜੀ। ਸੋਲਿਊਸ਼ਨ ਦਾ ਪੀਐਚ ਕੀ ਹੋ ਸਕਦਾ? ਅਗਰ ਤੁਸੀਂ ਮੇਰੀ ਐਸਿਡ ਬੇਸ ਵਾਲੀ ਚੈਪਟਰ ਦੀ ਡਿਟੇਲਡ ਵੀਡੀਓ ਵੇਖੀ ਹੋਈ ਹੈ ਤੇ ਉਹਦੇ ਵਿੱਚ ਐਵੇਂ ਦੇ ਆਪਾਂ ਬਹੁਤ ਸਾਰੇ ਕੁਐਸਚਨਸ ਪ੍ਰੈਕਟਿਸ ਕੀਤੇ ਸੀ। ਦੇਖੋ ਜੀ ਬਲੂ ਤੋਂ ਰੈੱਡ ਲਿਟਮਸ ਉਦੋਂ ਹੁੰਦਾ ਜਦੋਂ ਕੋਈ ਚੀਜ਼ ਹੋਵੇ ਐਸਿਡ, ਤੇ ਆਪਣੇ ਕੋਲ ਪੀਐਚ ਸਕੇਲ ਹੁੰਦਾ 0 ਤੋਂ ਲੈ ਕੇ 14 ਤੱਕ। ਹੁਣ ਦੇਖੋ ਜੀ ਜਿਹੜੀ ਚੀਜ਼ 0 ਹੈ ਉਹਦਾ ਪੀਐਚ ਹੁੰਦਾ ਬਹੁਤ ਜ਼ਿਆਦਾ ਐਸਿਡਿਕ। ਆਪਣੇ ਕੋਲ ਅੱਗੇ ਆ ਜਾਂਦਾ 7 ਜਿਹੜਾ ਹੁੰਦਾ ਨਿਊਟਰਲ, ਤੇ 7 ਤੋਂ ਉੱਪਰ ਵਾਲੀਆਂ ਚੀਜ਼ਾਂ ਹੁੰਦੀਆਂ ਬੇਸਿਕ। ਇਹਨਾਂ ਵਿੱਚੋਂ ਵੇਖੋ ਐਸਿਡਿਕ ਪੀਐਚ ਆਪਣੇ ਕੋਲ ਕਿਹੜਾ ਜੀ? ਸਿਰਫ ਪੀਐਚ 5 ਹੈ ਜੀ ਆਪਣੇ ਕੋਲ, ਆਪਸ਼ਨ ਨੰਬਰ ਬੀ। ਠੀਕ ਹੈ ਜੀ। ਚਲਦੇ ਹਾਂ ਆਪਣੇ ਅਗਲੇ ਕੁਐਸਚਨ ਵੱਲ। ਕਹਿੰਦੇ ਜੀ ਇਹਨਾਂ ਦੇ ਵਿੱਚੋਂ ਕਿਹੜਾ ਮੈਟਾਲੋਇਡ ਹੈ? ਮੈਟਾਲੋਇਡ ਯਾਨੀ ਕਿ ਜੀ ਜਿਹੜਾ ਨਾ ਤਾਂ ਮੈਟਲ ਹੈ ਨਾ ਨੋਨ ਮੈਟਲ ਹੈ, ਇਹਨਾਂ ਦੋਨਾਂ ਦੀਆਂ ਮਿਕਸ ਪ੍ਰੋਪਰਟੀਜ਼ ਐਕਵਾਇਰ ਕਰਦਾ ਹੈ। ਦੇਖੋ ਜੀ ਸਲਫਰ ਇੱਕ ਟਿਪੀਕਲ ਨੋਨ ਮੈਟਲ ਹੈ, ਸਿਲਵਰ ਇੱਕ ਮੈਟਲ ਹੈ, ਸੋਡੀਅਮ ਇੱਕ ਮੈਟਲ ਹੈ। ਆਪਸ਼ਨ ਕਿਹੜੀ ਬਚਦੀ ਜੀ? ਸਿਲੀਕੌਨ। ਕੰਪਿਊਟਰ ਦੇ ਵਿੱਚ ਤੁਸੀਂ ਅਕਸਰ ਇਹ ਚੀਜ਼ ਪੜ੍ਹੀ ਹੋਏਗੀ, ਕਿਹੜੇ ਸੈਮੀ ਕੰਡਕਟਰ ਦੇ ਨਾਲ ਆਪਣੇ ਕੋਲ ਕੰਪਿਊਟਰ ਦੀਆਂ ਚਿਪਸ ਬਣਾਈਆਂ ਜਾਂਦੀਆਂ? ਉਹਦਾ ਆਨਸਰ ਆ ਜਾਂਦਾ ਹੁੰਦਾ ਜੀ ਆਪਣੇ ਕੋਲ ਸਿਲੀਕੌਨ। ਠੀਕ ਹੈ ਜੀ। ਸੋ ਆਪਸ਼ਨ ਸੀ ਇੱਥੇ ਸਿਲੀਕੌਨ। ਚਲਦੇ ਹਾਂ ਜੀ ਆਪਣੇ ਅਗਲੇ ਕੁਐਸਚਨ ਵੱਲ। ਕਹਿੰਦੇ ਜੀ ਵਿਚ ਆਫ ਦ ਫੋਲੋਇੰਗ ਇਜ਼ ਓਰ ਆਫ ਐਲੂਮੀਨੀਅਮ। ਇਹ ਸਾਰੇ ਓਰ ਨੇ। ਪਿਛਲੀ ਵਾਰ ਇਹ ਪੇਪਰ 'ਚ ਕੁਐਸਚਨ ਆਇਆ ਸੀ ਕਿ ਮਰਕਰੀ ਦੇ ਓਰ ਨੂੰ ਕੀ ਕਿਹਾ ਜਾਂਦਾ? ਮਰਕਰੀ ਦੇ ਓਰ ਨੂੰ ਕਹਿੰਦੇ ਸੀ ਸਿਨਾਬਾਰ। ਐਲੂਮੀਨੀਅਮ ਦੇ ਓਰ ਨੂੰ ਕੀ ਬੋਲਿਆ ਜਾਂਦਾ ਜੀ? ਬੌਕਸਾਈਟ। ਕੀ ਬੋਲਿਆ ਜਾਂਦਾ? ਮੈਂ ਦੁਬਾਰਾ ਇੱਥੇ ਟਿਕ ਲਗਾ ਦੇਣਾ। ਐਲੂਮੀਨੀਅਮ ਦੇ ਓਰ ਨੂੰ ਬੋਲਿਆ ਜਾਂਦਾ ਜੀ ਬੌਕਸਾਈਟ। ਚਲਦੇ ਹਾਂ ਜੀ ਆਪਣੇ ਅਗਲੇ ਕੁਐਸਚਨ ਵੱਲ। ਕਹਿੰਦੇ ਜੀ ਇਹਨਾਂ ਵਿੱਚੋਂ ਕੌਣ ਕਾਰਬਨ ਦਾ ਐਲੋਟ੍ਰੋਪ ਹੈ? ਵਿਚ ਆਫ ਦ ਫੋਲੋਇੰਗ ਇਜ਼ ਐਲੋਟ੍ਰੋਪ ਆਫ ਕਾਰਬਨ। ਦੇਖੋ ਜੀ ਐਲੋਟ੍ਰੋਪ ਆਫ ਕਾਰਬਨ ਆਪਣੇ ਕੋਲ 3 ਨੇ। ਇੱਕ ਹੁੰਦਾ ਜੀ ਡਾਇਮੰਡ, ਦੂਜਾ ਹੁੰਦਾ ਕੋਲ ਜਾਂ ਗ੍ਰੇਫਾਈਟ, ਦੂਜਾ ਗ੍ਰੇਫਾਈਟ, ਤੇ ਥਰਡ ਆਪਣੇ ਕੋਲ ਹੁੰਦਾ ਬਕਮਿੰਸਟਰਸ ਫੁਲਰੈਂਸ। ਠੀਕ ਹੈ ਜੀ। ਸੋ ਇਹਨਾਂ ਚਾਰਾਂ ਵਿੱਚੋਂ ਆਪਣੇ ਕੋਲ ਕੀ ਇੱਥੇ ਪਿਆ ਜੀ? ਡਾਇਮੰਡ ਪਿਆ। ਚਲਦੇ ਹਾਂ ਜੀ ਆਪਣੇ ਅਗਲੇ ਕੁਐਸਚਨ ਵੱਲ। ਕਹਿੰਦੇ ਜੀ ਦ ਪ੍ਰੋਸੈਸ ਆਫ ਕੋਟਿੰਗ ਆਫ ਐਲੂਮੀਨੀਅਮ ਆਕਸਾਈਡ ਔਨ ਸਮਥਿੰਗ ਇਜ਼ ਕਾਲਡ। ਦੋ ਪ੍ਰੋਸੈਸ ਆਉਂਦੀਆਂ ਜੀ ਆਪਣੇ ਕੋਲ, ਇੱਕ ਹੁੰਦੀ ਗੈਲਵਨਾਈਜੇਸ਼ਨ, ਇੱਕ ਹੁੰਦੀ ਐਨੋਡਾਈਜ਼ਿੰਗ। ਏ ਤੋਂ ਐਲੂਮੀਨੀਅਮ, ਏ ਤੋਂ ਐਨੋਡਾਈਜ਼ਿੰਗ। ਯਾਦ ਰੱਖਣਾ ਐਲੂਮੀਨੀਅਮ ਆਕਸਾਈਡ ਦੀ ਲੇਅਰ ਨੂੰ ਕਹਿੰਦੇ ਨੇ ਜੀ ਚੜਾਉਣਾ, ਐਨੋਡਾਈਜ਼ਿੰਗ। ਗੈਲਵਨਾਈਜੇਸ਼ਨ ਵੀ ਵਾਰ-ਵਾਰ ਪੁੱਛਿਆ ਜਾਂਦਾ, ਇਹ ਹੁੰਦਾ ਜੀ ਜ਼ਿੰਕ ਆਕਸਾਈਡ ਦੀ ਲੇਅਰ ਚੜਾਉਣਾ, ਉਹਨੂੰ ਬੋਲਦੇ ਨੇ ਗੈਲਵਨਾਈਜੇਸ਼ਨ। ਚਲਦੇ ਹਾਂ ਜੀ ਆਪਣੇ ਅਗਲੇ ਕੁਐਸਚਨ ਵੱਲ। ਕਹਿੰਦੇ ਜੀ ਵਿਚ ਕੈਨ ਬੀ ਯੂਜ਼ਡ ਟੂ ਟਰੀਟ ਵਿਨੇਗਰ ਕੈਨ ਬੀ ਯੂਜ਼ ਟੂ ਟਰੀਟ ਵਿਚ ਆਫ ਫੋਲੋਇੰਗ ਔਰਗੈਨਿਜ਼ਮਜ਼ ਸਟਿੰਗ। ਕਹਿੰਦੇ ਕਿਹਦੇ ਡੰਗ ਲਈ ਆਪਾਂ ਵਿਨੇਗਰ ਯਾਨੀ ਕਿ ਐਸੀਟਿਕ ਐਸਿਡ ਨੂੰ ਯੂਜ਼ ਕਰ ਸਕਦੇ ਹਾਂ ਠੀਕ ਕਰਨ ਲਈ? ਦੇਖੋ ਜੀ ਆਪਾਂ ਐਸਿਡ ਨੂੰ ਯੂਜ਼ ਇੱਥੇ ਹੀ ਕਰਾਂਗੇ ਜਿੱਥੇ ਕਿਸੇ ਦਾ ਡੰਗ ਹੋਏਗਾ ਬੇਸਿਕ। ਇਹ ਐਸਿਡ ਬੇਸਿਕ ਵਾਲੀ ਐਸਿਡ ਬੇਸ ਵਾਲੇ ਚੈਪਟਰ 'ਚ ਆਪਾਂ ਵੀਡੀਓ ਡਿਸਕਸ ਕੀਤੀ ਹੈ। ਉਹਦੇ 'ਚ ਕੀ ਸੀ? ਜਿਹੜਾ ਵਾਸਪ ਹੁੰਦਾ ਜੀ ਭੂੰਡ ਦਾ ਡੰਗ ਹੁੰਦਾ ਜਿਹੜਾ ਆਪਣੇ ਕੋਲ ਕੀ ਹੁੰਦਾ? ਬੇਸਿਕ ਹੁੰਦਾ। ਸੋ ਉਹਨੂੰ ਠੀਕ ਕਰਨ ਲਈ ਆਪਾਂ ਵਿਨੇਗਰ ਐਸਿਡ ਯੂਜ਼ ਕਰ ਸਕਦੇ ਹਾਂ। ਚਲਦੇ ਹਾਂ ਜੀ ਆਪਣੇ ਅਗਲੇ ਕੁਐਸਚਨ ਵੱਲ। ਕਹਿੰਦੇ ਜੀ ਔਨ ਵਿਚ ਲਾਅ ਬੈਲੈਂਸਿੰਗ ਆਫ ਕੈਮੀਕਲ ਰਿਐਕਸ਼ਨ ਇਜ਼ ਬੇਸਡ। ਕੁਐਸਚਨ ਨੀਚੇ ਕਰ ਲੈਣਾ ਮੈਂ। ਦੇਖੋ ਕਹਿੰਦੇ ਜੀ ਕਿਹੜੇ ਲਾਅ ਦੇ ਉੱਪਰ ਬੈਲੈਂਸਿੰਗ ਆਫ ਕੈਮੀਕਲ ਰਿਐਕਸ਼ਨ ਬੇਸਡ ਹੁੰਦੀ ਹੈ? ਯਾਦ ਰੱਖਣਾ ਜੀ। ਦੇਖੋ ਇੱਕ ਮੈਂ ਤੁਹਾਨੂੰ ਇੱਥੇ ਬੇਸਿਕ ਜੀ ਗੱਲ ਦੱਸ ਦਿੰਦਾ, ਰਿਐਕਸ਼ਨ ਹੁੰਦੀ ਕੀ ਹੈ ਬੇਸਿਕ। ਜਿਵੇਂ ਆਪਣੇ ਕੋਲ ਜੀ H2O, H2 ਟੁੱਟਿਆ H2+O2 ਵਿੱਚ। ਹੁਣ ਇੱਥੇ ਸਵਾਲ ਵਾਲੀ ਗੱਲ ਇਹ ਹੈ ਕਿ O2 ਕਿੱਥੋਂ ਆਇਆ ਜੀ? ਆਪਣੇ ਕੋਲ 2 ਆਕਸੀਜਨ ਕਿਵੇਂ ਹੋ ਗਈਆਂ? ਦੇਖੋ ਆਪਣੇ ਕੋਲ ਕੀ ਸੀ? ਇੱਥੇ 1 ਆਕਸੀਜਨ ਸੀ, ਇੱਥੇ 2 ਕਿਵੇਂ ਹੋ ਗਈਆਂ? ਇਹ ਗੱਲ ਕਹਿੰਦਾ ਲਾਅ ਆਫ ਕੰਜ਼ਰਵੇਸ਼ਨ ਆਫ ਮਾਸ। ਆਪਸ਼ਨ ਸੀ ਕਿ ਆਪਣੇ ਕੋਲ ਜਿੰਨੀਆਂ ਚੀਜ਼ਾਂ ਹੁੰਦੀਆਂ ਉਨੀਆਂ ਹੀ ਰਹਿੰਦੀਆਂ, ਨਾ ਤਾਂ ਮਾਸ ਵੱਧ ਸਕਦਾ ਨਾ ਮਾਸ ਘੱਟ ਸਕਦਾ। ਸੋ ਇੱਥੇ ਜਿਹੜਾ ਥਰਡ ਲਾਅ ਹੈ ਉਹ ਕੰਮ ਕਰਦਾ, ਅਤੇ ਉਹਦੇ ਕਰਕੇ ਆਪਾਂ ਨੂੰ ਰਿਐਕਸ਼ਨਸ ਨੂੰ ਬੈਲੈਂਸ ਕਰਨਾ ਪੈਂਦਾ ਹੈ।
ਚਲਦੇ ਹਾਂ ਜੀ ਅਗਲੇ ਕੁਐਸਚਨ ਵੱਲ। ਕਹਿੰਦੇ ਜੀ ਇਹਨਾਂ ਵਿੱਚੋਂ ਕਿਸ ਦਾ ਮਾਸ 35.5 AMU ਯਾਨੀ ਕਿ ਐਟੋਮਿਕ ਮਾਸ ਯੂਨਿਟ ਹੈ। ਇਹ ਬਿਲਕੁਲ ਸਿੰਪਲ ਯਾਦ ਕਰਨ ਵਾਲੀ ਗੱਲ ਹੈ। ਜਿਹੜੀ ਕਲੋਰੀਨ ਹੈ ਜੀ, ਜਿਹੜਾ ਕਲੋਰੀਨ ਦਾ ਭਾਰ ਹੁੰਦਾ ਹੈ ਇਹ ਆਪਣੇ ਕੋਲ ਹੁੰਦਾ 35.5 AMU। ਉਮੀਦ ਕਰਦਾ ਤੁਹਾਨੂੰ ਸਾਰੇ ਸਵਾਲਾਂ ਦੇ ਜਵਾਬ ਆਉਂਦੇ ਹੋਣਗੇ। ਅਤੇ ਅੱਜ ਮੈਂ ਤੁਹਾਨੂੰ ਇੱਕ ਰਿਕੁਐਸਟ ਕਰਦਾ, ਤੁਸੀਂ ਆਪਣੇ ਮਾਰਕਸ ਜ਼ਰੂਰ ਕਮੈਂਟ ਬਾਕਸ ਦੇ ਵਿੱਚ ਦੱਸ ਕੇ ਜਾਇਓ, ਸੋ ਦੈਟ ਸਾਨੂੰ ਵੀ ਪਤਾ ਲੱਗ ਸਕੇ ਕਿ ਤੁਹਾਡੀ ਨਾਲ ਕਿਸ ਤਰ੍ਹਾਂ ਦੀ ਅਤੇ ਕਿੰਨੀ ਤਿਆਰੀ ਚੱਲ ਰਹੀ ਹੈ। ਔਰ ਅਗਰ ਤੁਹਾਨੂੰ ਕਿਸੇ ਸਪੈਸ਼ਲ ਚੈਪਟਰ ਦੀ ਵੀਡੀਓ ਚਾਹੀਦੀ ਹੈ ਜਾਂ ਸਪੈਸ਼ਲ ਟੌਪਿਕ ਦੇ ਕੁਐਸਚਨ ਚਾਹੀਦੇ ਨੇ ਤਾਂ ਉਹ ਵੀ ਤੁਸੀਂ ਕਮੈਂਟ ਬਾਕਸ ਵਿੱਚ ਦੱਸ ਸਕਦੇ ਹੋ ਅਤੇ ਮੈਂ ਉਸ ਦੀ ਵੀਡੀਓ ਤੁਹਾਡੇ ਲਈ ਜਲਦ ਤੋਂ ਜਲਦ ਲੈ ਕੇ ਆ ਜਾਵਾਂਗਾ। ਚਲਦੇ ਹਾਂ ਜੀ ਆਪਣੇ ਅਗਲੇ ਕੁਐਸਚਨ ਵੱਲ। ਕਹਿੰਦੇ ਜੀ ਵਿਚ ਆਫ ਦ ਫੋਲੋਇੰਗ ਇਜ਼ ਯੂਜ਼ਡ ਟੂ ਟਰੀਟ ਇਨਡਾਈਜੈਸ਼ਨ। ਇਨਡਾਈਜੈਸ਼ਨ ਮਤਲਬ ਜੀ ਬਦ ਹਜਮੀ ਲਈ ਆਪਾਂ ਕਿਹੜੀ ਚੀਜ਼ ਯੂਜ਼ ਕਰਦੇ ਹਾਂ? ਆਪਾਂ ਯੂਜ਼ ਕਰਦੇ ਹਾਂ ਜੀ ਆਂਟਐਸਿਡ। ਆਂਟਐਸਿਡ ਕੀ ਹੁੰਦੇ ਨੇ? ਇਹ ਹੁੰਦੇ ਨੇ ਮੈਟਲ ਆਕਸਾਈਡ। ਨਾਮ ਐਸਿਡ ਹੈ ਬਟ ਐਕਚੁਅਲ ਦੇ ਵਿੱਚ ਇਹਨਾਂ ਦੀ ਨੇਚਰ ਕੀ ਹੁੰਦੀ ਹੈ? ਬੇਸਿਕ ਹੁੰਦੀ ਹੈ ਜੀ। ਆਪਸ਼ਨ ਬੀ ਆਪਣਾ ਇੱਥੇ ਕਰੈਕਟ ਆ ਗਿਆ ਜੀ। ਚਲਦੇ ਹਾਂ ਅਗਲੇ ਕੁਐਸਚਨ ਵੱਲ। ਕਹਿੰਦੇ ਜੀ ਆਪਣੇ ਕੋਲ 11 ਨੰਬਰ ਕੁਐਸਚਨ ਆ ਗਿਆ, ਬਾਇਓਲੋਜੀ ਦਾ ਕੁਐਸਚਨ ਹੈ ਜੀ ਇਹ। ਕਹਿੰਦੇ ਵਿਚ ਆਫ ਦ ਫੋਲੋਇੰਗ ਇਜ਼ ਨੋਟ ਐਨ ਇਨਵੋਲੰਟਰੀ ਐਕਸ਼ਨ। ਇਨਵੋਲੰਟਰੀ ਹੁੰਦਾ ਜੀ ਜਿਹੜੇ ਆਪਣੇ ਵੱਸ ਵਿੱਚ ਨਹੀਂ ਹੈਗਾ। ਕਹਿੰਦੇ ਇਹਨਾਂ ਵਿੱਚੋਂ ਕਿਹੜਾ ਰਿਐਕਸ਼ਨ ਐਵੇਂ ਦਾ ਜਿਹੜਾ ਇਨਵੋਲੰਟਰੀ ਨਹੀਂ ਹੈਗਾ, ਮਤਲਬ ਵੋਲੰਟਰੀ ਹੈ। ਦੇਖੋ ਉਲਟੀ ਕਰਨਾ, ਵੋਮਿਟ ਆਪਣੇ ਆਪ ਆ ਜਾਂਦੀ ਜੀ, ਆਪਣਾ ਇਹਦੇ ਵਿੱਚ ਕੋਈ ਰੋਲ ਨਹੀਂ। ਫਿਰ ਆ ਗਿਆ ਜੀ ਆਪਣੇ ਕੋਲ ਚਿਊਇੰਗ, ਜਿਹੜਾ ਚਿਊ ਕਰਨਾ, ਕਿਸੇ ਚੀਜ਼ ਨੂੰ ਚਬਾਉਣਾ, ਆਪਾਂ ਹਮੇਸ਼ਾ ਆਪਣੀ ਮਰਜ਼ੀ ਨਾਲ ਚਬਾਉਂਦੇ ਹਾਂ। ਆਪਸ਼ਨ ਤਾਂ ਹੋ ਜਾਏਗੀ ਆਪਣੀ ਇੱਥੇ ਸੈਕਿੰਡ, ਬਟ ਸਟਿਲ ਆਪਾਂ ਸਹੀ ਆਨਸਰ ਆਪਣਾ ਬੀ ਆ ਗਿਆ। ਬਟ ਬਾਕੀਆਂ ਨੂੰ ਵੀ ਡਿਸਕਸ ਕਰਦੇ ਹਾਂ। ਜਿਹੜੀ ਹਾਰਟ ਬੀਟ ਹੈ ਜੀ, ਹਾਰਟ ਬੀਟ ਵੀ ਕੀ ਹੈ ਆਪਣੇ ਕੋਲ? ਇੱਕ ਇਨਵੋਲੰਟਰੀ ਐਕਸ਼ਨ ਹੈ, ਅਇੱਛਿਤ। ਠੀਕ ਹੈ ਜੀ, ਆਪਾਂ ਇੱਛਾ ਨਹੀਂ ਕਰਦੇ, ਦਿਲ ਹਮੇਸ਼ਾ ਧੜਕਦਾ ਰਹਿੰਦਾ। ਆਪਾਂ ਜੇ ਸੋਚੀਏ ਮੇਰਾ ਦਿਲ ਧੜਕਣਾ ਹੁਣੇ ਰੁਕ ਜਾਵੇ ਤਾਂ ਐਵੇਂ ਨਹੀਂ ਹੋ ਸਕਦਾ। ਥਰਡ ਆ ਗਿਆ ਜੀ ਸਲਾਈਵੇਸ਼ਨ। ਸਲਾਈਵੇਸ਼ਨ ਦਾ ਮਤਲਬ ਹੁੰਦਾ ਜੀ ਸਲਾਈਵਾ ਦਾ ਸਕਰੀਟ ਹੋਣਾ, ਜਿਹੜੀ ਆਪਣੇ ਮੂੰਹ ਦੇ ਵਿੱਚ ਲਾਰ ਆ ਜਾਂਦੀ ਹੈ। ਆਪਾਂ ਨੂੰ ਜਦੋਂ ਬਹੁਤ ਜ਼ਿਆਦਾ ਭੁੱਖ ਲੱਗੀ ਹੁੰਦੀ ਹੈ, ਆਪਾਂ ਕੋਈ ਚੀਜ਼ ਦੇਖ ਲਈਏ ਜਾਂ ਆਪਾਂ ਕਿਸੇ ਚੀਜ਼ ਦਾ ਨਾਮ ਵੀ ਸੁਣ ਲਈਏ ਅਤੇ ਆਪਣੇ ਮੂੰਹ 'ਚ ਆਪਾਂ ਕਹਿੰਦੇ ਹਾਂ ਨਾ ਜੀ ਅਕਸਰ ਪਾਣੀ ਆ ਗਿਆ, ਉਸ ਨੂੰ ਬੋਲਦੇ ਨੇ ਸਲਾਈਵੇਸ਼ਨ। ਇਸ ਨੂੰ ਵੀ ਆਪਾਂ ਰੋਕ ਨਹੀਂ ਸਕਦੇ, ਇੱਕ ਇਨਵੋਲੰਟਰੀ ਐਕਸ਼ਨ ਹੈ। ਸੋ ਇੱਥੇ ਸਹੀ ਜਿਹੜਾ ਆਪਣੇ ਕੋਲ ਆਪਸ਼ਨ ਬਣੇਗੀ ਜੀ ਆਪਸ਼ਨ ਬੀ, ਚਿਊਇੰਗ, ਚਬਾਣਾ। ਚਲਦੇ ਹਾਂ ਜੀ ਆਪਣੇ ਅਗਲੇ ਕੁਐਸਚਨ ਵੱਲ। ਕਹਿੰਦੇ ਜੀ ਦ ਫਾਲਟੀ ਫੰਕਸ਼ਨਿੰਗ of an endocrine gland can make a person very short or very tall. This gland is, ਕਹਿੰਦੇ ਇਸ ਤਰ੍ਹਾਂ ਦੀ ਕਿਹੜੀ ਗ੍ਰੰਥੀ ਹੈ ਜਿਸ ਦੀ ਸਹੀ ਫੰਕਸ਼ਨਿੰਗ ਨਾ ਹੋਣ ਕਰਕੇ ਜਾਂ ਤਾਂ ਬੰਦਾ ਬੌਣਾ ਰਹਿ ਜਾਏਗਾ ਜਾਂ ਬੰਦੇ ਦਾ ਕੱਦ ਬਹੁਤ ਵੱਧ ਜਾਏਗਾ। ਇਹ ਹੁੰਦਾ ਜੀ ਗਰੋਥ ਹਾਰਮੋਨ, ਜਿਹੜੀ ਗ੍ਰੰਥੀ ਸਕਰੀਟ ਕਰਦੀ ਹੈ ਉਹ ਗ੍ਰੰਥੀ ਕਿਹੜੀ ਹੈ ਜੀ? ਆਪਣੇ ਕੋਲ ਪਿਟਿਊਟਰੀ ਗਲੈਂਡ। ਫੋਰਥ ਆਪਸ਼ਨ ਆਪਣੇ ਕੋਲ ਆ ਗਈ ਜੀ ਪਿਊਸ਼ ਗ੍ਰੰਥੀ, ਇਹਨੂੰ ਪੰਜਾਬੀ 'ਚ ਬੋਲਦੇ ਨੇ। ਪਿਊਸ਼ ਗ੍ਰੰਥੀ ਗਰੋਥ ਹਾਰਮੋਨ ਰਿਲੀਜ਼ ਕਰਦੀ ਹੈ। ਅਗਰ ਇਹ ਹਾਰਮੋਨ ਜ਼ਿਆਦਾ ਸਕਰੀਟ ਹੋ ਜਾਵੇ ਅਤੇ ਆਪਣੇ ਸਰੀਰ ਦੀ ਜਿਹੜਾ ਵੱਧ ਹੈ ਸਰੀਰ ਦਾ ਬਹੁਤ ਜ਼ਿਆਦਾ ਹੋ ਜਾਂਦਾ, ਜੇ ਘੱਟ ਹੋਵੇ ਤਾਂ ਬੰਦਾ ਇੱਥੇ ਬੌਣਾ ਰਹਿ ਜਾਂਦਾ। ਚਲਦੇ ਹਾਂ ਜੀ ਆਪਣੇ ਅਗਲੇ ਕੁਐਸਚਨ ਵੱਲ। ਆ ਗਿਆ ਜੀ ਅਗਲਾ ਕੁਐਸਚਨ। ਕਹਿੰਦੇ ਜੀ ਏ ਸੈਕਸ਼ੂਅਲ ਰੀਪਰੋਡਕਸ਼ਨ ਥਰੂ ਬਰਡਿੰਗ ਟੇਕਸ ਪਲੇਸ ਇਨ। ਕਹਿੰਦੇ ਜੀ ਜਿਹੜੀ ਇਹ ਸੈਕਸ਼ੂਅਲ ਰੀਪਰੋਡਕਸ਼ਨ ਹੈ, ਅਲਿੰਗੀ ਪ੍ਰਜਨਨ, ਇਹਨਾਂ ਵਿੱਚੋਂ ਕਿਹਦੇ ਵਿੱਚ ਹੁੰਦਾ? ਆਪਸ਼ਨ ਏ ਦੇਖਦੇ ਹਾਂ ਜੀ, ਅਮੀਬਾ ਅਤੇ ਯੀਸਟ ਵਿੱਚ। ਕਹਿੰਦੇ ਜੀ ਬਡਿੰਗ, ਹੁਣ ਆਪਾਂ ਨੂੰ ਪਤਾ ਹੈ ਅਮੀਬਾ ਵਿੱਚ ਬਡਿੰਗ ਨਹੀਂ ਹੁੰਦੀ, ਯੀਸਟ ਵਿੱਚ ਹੁੰਦੀ। ਆਪਸ਼ਨ ਏ ਆਪਣੇ ਕੋਲ ਕੱਟ ਹੋ ਗਈ। ਤੁਸੀਂ ਨੋਟ ਕਰੋ ਇਹ ਉੱਪਰ ਆਪਸ਼ਨਸ ਦਿੱਤੀਆਂ, ਨੀਚੇ ਇਹਨਾਂ ਦੇ ਦੋ ਆਨਸਰ ਵੀ ਹੋ ਸਕਦੇ ਨੇ। ਆ ਨੀਚੇ ਵਾਲੇ ਆਪਸ਼ਨਸ ਨੇ ਧਿਆਨ ਦੇਣਾ, ਠੀਕ ਹੈ ਜੀ। ਆਪਣੇ ਕੋਲ ਇਹਨਾਂ ਵਿੱਚੋਂ ਫਸਟ ਕੈਂਸਲ ਹੋ ਗਈ। ਅੱਗੇ ਚੱਲਦੇ ਹਾਂ ਜੀ ਯੀਸਟ ਅਤੇ ਹਾਈਡਰਾ। ਅਗਰ ਤੁਸੀਂ ਧਿਆਨ ਨਾਲ ਕਦੇ ਇਹਨਾਂ ਦੇ ਐਗਜ਼ਾਮਪਲ ਕੀਤੇ ਹੋਣ, ਜੋ ਯੀਸਟ ਅਤੇ ਹਾਈਡਰਾ ਜੀ, ਇਹਨਾਂ ਦੇ ਵਿੱਚ ਕਦੇ ਵੀ ਆਪਣੇ ਕੋਲ ਬਡਿੰਗ ਹੈ ਜਿਹੜੀ ਹਮੇਸ਼ਾ ਹੁੰਦੀ ਹੈ। ਆਪਸ਼ਨ ਬੀ ਆਪਣੇ ਕੋਲ ਆਲਵੇਜ਼ ਹੁੰਦੀ ਹੈ। ਸਟਿਲ ਆਪਾਂ ਅੱਗੇ ਚੱਲਦੇ ਹਾਂ। ਹਾਈਡਰਾ ਫਿਰ ਰਿਪੀਟ ਹੋ ਗਿਆ, ਹਾਈਡਰਾ ਨਾਲ ਪਲਾਜ਼ਮੋਡੀਅਮ। ਜਿਹੜਾ ਪਲਾਜ਼ਮੋਡੀਅਮ ਹੈ ਜੀ ਇਹ ਮਲਟੀਪਲ ਫਿਜਨ ਕਰਦਾ ਹੈ। ਹਾਲੇ ਤੱਕ ਸਿਰਫ ਆਪਣੀ ਸੈਕਿੰਡ ਆਪਸ਼ਨ ਸਹੀ ਹੈ। ਥਰਡ ਆ ਜਾਓ ਜੀ ਕੋਰਲ ਐਂਡ ਸਪੌਂਜਿਸ। ਹੁਣ ਕੋਰਲ ਐਂਡ ਸਪੌਂਜਿਸ ਕੀ ਹੁੰਦੇ ਨੇ? ਐਨੀਮਲ ਕਿੰਗਡਮ ਦੇ ਪਾਰਟ ਨੇ। ਕੋਰਲ ਅਤੇ ਸਪੌਂਜਿਸ ਤੁਰ ਫਿਰ ਨਹੀਂ ਸਕਦੇ ਇਹ ਐਨੀਮਲਸ, ਇਹ ਸਮੁੰਦਰ ਦੇ ਤਲ 'ਤੇ ਹੁੰਦੇ ਨੇ। ਇਹ ਵੀ ਕੀ ਕਰਦੇ ਨੇ ਜੀ? ਬਡਿੰਗ ਦੇ ਨਾਲ ਹੀ ਰੀਪਰੋਡਿਊਸ ਕਰਦੇ ਨੇ। ਸੋ ਇੱਥੇ ਆਪਣਾ ਸਹੀ ਆਨਸਰ ਹੈ ਜਿਹੜਾ ਉਹ ਬਣ ਜਾਏਗਾ ਜੀ ਆਪਸ਼ਨ ਡੀ, ਜਿਹਦੇ ਵਿੱਚ ਆਪਣੇ ਕੋਲ ਆਏਗਾ ਜੀ ਸੈਕਿੰਡ ਅਤੇ ਫੋਰਥ। ਆਪਸ਼ਨ ਡੀ, ਆ ਵੀ ਆਪਸ਼ਨ ਸਹੀ ਹੈ ਜੀ ਅਤੇ ਆ ਵੀ ਆਪਸ਼ਨ ਸਹੀ ਹੈ। ਚਲਦੇ ਹਾਂ ਜੀ ਆਪਣੇ ਅਗਲੇ ਸਵਾਲ ਵੱਲ। ਕਹਿੰਦੇ ਜੀ ਸੈਕਸ਼ੂਅਲੀ ਟਰਾਂਸਮਿਟਡ ਡਿਜ਼ੀਜ਼ ਕਾਜ਼ਡ ਬਾਈ ਬੈਕਟੀਰੀਆ। ਕਹਿੰਦੇ ਕਿਹੜੀ ਐਵੇਂ ਦੀ STD ਹੈ ਜਿਹੜੀ ਬੈਕਟੀਰੀਆ ਦੁਆਰਾ ਕੀਤੀ ਜਾਂਦੀ ਹੈ? ਇਹਦਾ ਸਹੀ ਆਨਸਰ ਹੋਏਗਾ ਜੀ ਆਪਣੇ ਕੋਲ ਏਡਜ਼ ਵੀ ਇੱਕ STD ਹੈ, ਗਨੋਰੀਆ ਵੀ। ਏਡਜ਼ ਤਾਂ ਆਪਾਂ ਨੂੰ ਪਤਾ ਜੀ ਵਾਇਰਸ ਦੁਆਰਾ ਕੀਤੀ ਜਾਂਦੀ, ਜਿਹੜੀ ਗਨੋਰੀਆ ਉਹ ਆਪਣੇ ਕੋਲ ਬੈਕਟੀਰੀਆ ਦੁਆਰਾ ਕੀਤੀ ਜਾਂਦੀ ਹੈ। ਚਲਦੇ ਹਾਂ ਜੀ ਆਪਣੇ ਅਗਲੇ ਕੁਐਸਚਨ ਵੱਲ।
ਕਹਿੰਦੇ ਜੀ ਦ ਵਿੰਗਸ ਆਫ ਹਾਊਸ ਫਲਾਈ, ਕਹਿੰਦੇ ਜਿਹੜੇ ਪੰਖ ਨੇ ਜੀ ਆਪਣੀ ਆਮ ਜਿਹੜੀ ਘਰ ਵਿੱਚ ਮੱਖੀ ਹੁੰਦੀ ਹੁੰਦੇ, ਤੇ ਦੂਸਰਾ ਆਪਣੇ ਕੋਲੇ ਜੀ ਬਰਡਸ ਦੇ ਵਿੰਗ। ਇਹਨਾਂ ਵਿੱਚ ਇਹ ਕੀ ਨੇ? ਦੇਖੋ ਦੋਨੋਂ ਵਿੰਗ ਨੇ, ਦੋਨਾਂ ਦਾ ਕੰਮ ਸੇਮ ਹੈ, ਬਟ ਦੋਨਾਂ ਦਾ ਜਿਹੜਾ ਸਟਰਕਚਰ ਹੈ ਉਹ ਅਲੱਗ-ਅਲੱਗ ਹੈ। ਜਿਹੜੇ ਇਸ ਤਰ੍ਹਾਂ ਦੇ ਔਰਗਨ ਹੁੰਦੇ ਨੇ ਜਿਨ੍ਹਾਂ ਦਾ ਢਾਂਚਾ ਬਿਲਕੁਲ ਅਲੱਗ-ਅਲੱਗ ਹੋਵੇ ਪਰ ਉਹ ਇੱਕੋ ਵਰਗਾ ਕੰਮ ਕਰਨ, ਉਸ ਨੂੰ ਬੋਲਿਆ ਜਾਂਦਾ ਜੀ ਐਨਾਲੋਗਸ ਔਰਗਨਸ। ਠੀਕ ਹੈ ਜੀ। ਉਮੀਦ ਕਰਦਾ ਤੁਹਾਨੂੰ ਕੁਐਸਚਨਸ ਅੱਛੇ ਲੱਗ ਰਹੇ ਹੋਣਗੇ। ਤੁਸੀਂ ਇਹਨਾਂ ਨੂੰ ਕੁਐਸਚਨਸ ਨੂੰ ਆਪਣੇ ਦੋਸਤਾਂ ਨਾਲ, ਆਪਣੇ ਮਿੱਤਰਾਂ ਨਾਲ ਜੋ ETT ਸੈਕਿੰਡ ਪੇਪਰ ਦੀ ਤਿਆਰੀ ਕਰ ਰਹੇ ਨੇ ਸ਼ੇਅਰ ਕਰ ਦਿਓ, ਜਾਂ ਇਹ ਸਾਰਾ ਕੰਮ ਤੁਹਾਨੂੰ ਹੁਣ ਅੱਗੇ ਆਉਣ ਵਾਲੇ CTET ਵਿੱਚ ਵੀ ਆਉਣਾ, ਉਹਨਾਂ ਨਾਲ ਵੀ ਤੁਸੀਂ ਇਹ ਸਭ ਸ਼ੇਅਰ ਕਰ ਸਕਦੇ ਹੋ। ਚਲਦੇ ਹਾਂ ਜੀ ਅੱਗੇ। ਕਹਿੰਦੇ ਜੀ ਸਲੀਪਿੰਗ ਸਿਕਨੈਸ ਇਜ਼ ਕੌਜ਼ਡ ਬਾਏ, ਸਲੀਪਿੰਗ ਸਿਕਨੈਸ ਇੱਕ ਬਿਮਾਰੀ ਹੈ, ਉਹ ਕਹਿੰਦੇ ਦੁਆਰਾ ਹੁੰਦੀ ਹੈ। ਯਾਦ ਰੱਖਣਾ ਜੀ ਵਾਈ ਡੂ ਵੀ ਫਾਲ ਇਲ ਚੈਪਟਰ ਦਾ ਕੁਐਸਚਨ ਇਹ ਹੁੰਦੀ ਹੈ ਜੀ ਟ੍ਰਾਈਪੈਨੋਸੋਮਾ। ਠੀਕ ਹੈ ਜੀ, ਟ੍ਰਾਈਪੈਨੋਸੋਮਾ ਦੁਆਰਾ ਇਹ ਬਿਮਾਰੀ ਹੈ ਜਿਹੜੀ ਸਲੀਪਿੰਗ ਸਿਕਨੈਸ ਇਨਸਾਨਾਂ ਦੇ ਵਿੱਚ ਹੁੰਦੀ ਹੈ। ਠੀਕ ਹੈ ਜੀ। ਚਲਦੇ ਹਾਂ ਜੀ ਅੱਗੇ। ਟਿਸ਼ੂ ਵਾਲੇ ਚੈਪਟਰ 'ਚੋਂ ਅੱਛਾ ਕੁਐਸਚਨ, ਕਹਿੰਦੇ ਜੀ ਇਹਨਾਂ ਵਿੱਚੋਂ ਕਿਹੜਾ ਇੱਕ ਕੰਪਲੈਕਸ ਟਿਸ਼ੂ ਹੈ? ਦੋ ਤਰ੍ਹਾਂ ਦੇ ਟਿਸ਼ੂ ਹੁੰਦੇ ਨੇ ਜੀ, ਇੱਕ ਹੁੰਦਾ ਸਿੰਪਲ, ਇੱਕ ਹੁੰਦਾ ਕੰਪਲੈਕਸ। ਸਿੰਪਲ ਟਿਸ਼ੂ ਉਹ ਟਿਸ਼ੂ ਜਿਹੜਾ ਸਿਰਫ ਇੱਕੋ ਟਾਈਪ ਦੇ ਸੈਲਸ ਤੋਂ ਬਣਿਆ ਹੁੰਦਾ ਹੈ। ਕੰਪਲੈਕਸ ਟਿਸ਼ੂ ਉਹ ਜਿਹੜਾ ਇੱਕ ਤੋਂ ਜ਼ਿਆਦਾ ਤਰ੍ਹਾਂ ਦੇ ਸੈੱਲਾਂ ਤੋਂ ਬਣਿਆ ਹੁੰਦਾ ਹੈ। ਪੇਰਨਕਾਈਮਾ, ਕੋਲਨਕਾਈਮਾ, ਸਕਲੇਰਨਕਾਈਮਾ ਤਿੰਨੋਂ ਹੀ ਸਿੰਪਲ ਟਿਸ਼ੂ ਨੇ। ਬਚਦਾ ਕਿਹੜਾ ਜੀ? ਫਲੋਇਮ ਤੇ ਜ਼ਾਈਲਮ ਹੁੰਦੇ ਨੇ ਦੋ ਕੰਪਲੈਕਸ ਟਿਸ਼ੂ ਪੂਰੇ ਪਲਾਂਟ ਸਿਸਟਮ ਦੇ ਵਿੱਚ। ਠੀਕ ਹੈ ਜੀ। ਚਲਦੇ ਹਾਂ ਆਪਣੇ ਅਗਲੇ ਕੁਐਸਚਨ ਵੱਲ। 18 ਨੰਬਰ ਕੁਐਸਚਨ, ਕਹਿੰਦੇ ਜੀ ਕ੍ਰੋਮੋਜ਼ੋਮ ਆਰ ਮੇਡ ਅਪ ਆਫ, ਕ੍ਰੋਮੋਜ਼ੋਮ ਕਿਹਦੇ ਤੋਂ ਬਣੇ ਹੁੰਦੇ ਨੇ? ਕ੍ਰੋਮੋਜ਼ੋਮ ਬਣੇ ਹੁੰਦੇ ਨੇ ਜੀ DNA ਤੇ ਪ੍ਰੋਟੀਨ ਤੋਂ। ਆਪਸ਼ਨ ਥਰਡ ਆਪਣੇ ਕੋਲ ਆ ਗਈ DNA ਐਂਡ ਪ੍ਰੋਟੀਨ। ਠੀਕ ਹੈ ਜੀ। ਅੱਗੇ ਚਲ ਜਾਓ ਜੀ 19th ਕੁਐਸਚਨ ਵੱਲ। ਕਹਿੰਦੇ ਜੀ ਵਿਚ ਆਫ ਦਾ ਫੋਲੋਇੰਗ ਹੈਜ਼ ਹੇਅਰਸ ਔਨ ਬੋਡੀ ਐਂਡ ਮੈਮਰੀ ਗਲੈਂਡ। ਮੈਂ ਨੋਟ ਕਰ ਰਿਹਾ ਸੀ ਜੀ YouTube ਤੇ ਲਗਭਗ ਕਿਸੇ ਨੇ ਆਹ ਵਾਲਾ ਚੈਪਟਰ ਕਵਰ ਨਹੀਂ ਕਰਵਾਇਆ ਹੋਇਆ, ਡਾਈਵਰਸਿਟੀ ਇਨ ਲਿਵਿੰਗ ਆਰਗੈਨਿਜ਼ਮ ਚੈਪਟਰ। ਮੈਨੂੰ ਪਤਾ ਥੋੜ੍ਹਾ ਜਿਹਾ ਟਫ ਹੈ ਅਤੇ ਥੋੜ੍ਹਾ ਜਿਹਾ ਯਾਦ ਕਰਨ ਵਾਲੀਆਂ ਗੱਲਾਂ ਜ਼ਿਆਦਾ ਨੇ, ਸੋ ਤੁਸੀਂ ਕੁਛ ਇਹਦੇ ਮੇਨ ਕੁਐਸਚਨ ਜ਼ਰੂਰ ਕਰਦੇ ਨੇ। ਆਪਣੀਆਂ ਪਿਛਲੀਆਂ ਵੀਡੀਓਜ਼ ਵਿੱਚ ਵੀ ਆਪਾਂ ਇਹਨਾਂ ਦੇ ਕੁਝ ਕੁਐਸਚਨ ਡਿਸਕਸ ਕੀਤੇ ਨੇ। ਹੁਣ ਇਹ ਕੁਐਸਚਨ ਦੇ ਆਉਂਦੇ ਆ। ਕਹਿੰਦੇ ਜੀ ਮੈਮਰੀ ਗਲੈਂਡ, ਹੁਣ ਮੈਮਰੀ ਗਲੈਂਡ ਤੋਂ ਕਲੀਅਰ ਹੈ ਮੈਮਲਸ। ਠੀਕ ਹੈ ਜੀ। ਜਿਹੜੇ ਦੁੱਧ ਦੇਣ ਵਾਲੀਆਂ ਗ੍ਰੰਥੀਆਂ ਜਿਹੜੇ ਆਰਗੈਨਿਜ਼ਮ 'ਚ ਹੁੰਦੀਆਂ ਉਹਨਾਂ ਨੂੰ ਕਹਿੰਦੇ ਨੇ ਜੀ ਮੈਮਲਸ, ਅਤੇ ਸਾਰੇ ਸਰੀਰ ਉੱਪਰ ਉਹਨਾਂ ਦੇ ਕੀ ਹੁੰਦੇ ਨੇ? ਹੇਅਰਸ ਹੁੰਦੇ ਨੇ, ਵਾਲ ਹੁੰਦੇ ਨੇ। ਠੀਕ ਹੈ ਜੀ। ਹੋਰ ਵੀ ਇੱਥੇ ਤੁਹਾਨੂੰ ਦੱਸਦਾ, ਜਿਹੜੇ ਏਵਜ਼ ਹੁੰਦੇ ਨੇ, ਏਵਜ਼ ਯਾਨੀ ਕਿ ਪੰਛੀ, ਰੈਪਟਾਈਲਸ ਯਾਨੀ ਕਿ ਰੇਂਗਣ ਵਾਲੇ, ਪਾਈਸਿਸ ਯਾਨੀ ਕਿ ਆਪਣੇ ਕੋਲ ਜਿਹੜੀਆਂ ਮੱਛੀਆਂ ਹੁੰਦੀਆਂ। ਠੀਕ ਹੈ ਜੀ। ਅੱਗੇ ਆ ਜਾਓ। ਕਹਿੰਦੇ ਜੀ ਦ ਲਿਕੁਇਡ ਪ੍ਰੈਜੈਂਟ ਬਿਟਵੀਨ ਰੈਟੀਨਾ ਐਂਡ ਲੈਂਸ, ਆਈ ਦਾ ਕੁਐਸਚਨ ਹੈ ਜੀ। ਆਪਣੇ ਕੋਲ ਆਈ ਹੁੰਦੀ ਹੈ ਜੀ, ਇੱਥੇ ਆਪਣੇ ਕੋਲ ਕੀ ਆ ਜਾਂਦਾ ਜੀ? ਲੈਂਸ ਆ ਜਾਂਦਾ। ਇਹਦੇ ਦੋ ਚੈਂਬਰ ਹੁੰਦੇ ਨੇ, ਇੱਕ ਆ ਪਿੱਛੇ ਵਾਲਾ, ਇੱਕ ਆ ਅੱਗੇ ਵਾਲਾ। ਠੀਕ ਹੈ। ਹੁਣ ਅੱਗੇ ਵਾਲਾ ਆ ਮੈਂ ਮਾਰਕ ਕਰ ਦੇਣਾ, ਅੱਗੇ ਵਾਲਾ। ਹੁਣ ਇੱਥੇ ਯਾਦ ਰੱਖਣਾ ਜੀ ਜਿਹੜਾ ਅੱਗੇ ਵਾਲਾ ਚੈਂਬਰ ਹੈ ਇਸ ਨੂੰ ਬੋਲਿਆ ਜਾਂਦਾ ਜੀ ਐਕੁਅਸ ਹਿਊਮਰ। ਠੀਕ ਹੈ ਜੀ। ਜਿਹੜਾ ਪਿੱਛੇ ਵਾਲਾ ਚੈਂਬਰ ਇਹਨੂੰ ਬੋਲਿਆ ਜਾਂਦਾ ਵਿਟਰਸ ਹਿਊਮਰ। ਸੋ ਉਹਨਾਂ ਨੇ ਕਿਹੜਾ ਪੁੱਛਿਆ? ਲਾਸਟ ਵਾਲੀ ਸਕਰੀਨ ਹੁੰਦੀ ਰੈਟੀਨਾ, ਆਪਣੇ ਕੋਲ ਲੈਂਸ, ਲੈਂਸ ਤੇ ਰੈਟੀਨਾ ਵਿੱਚ ਕਿਹੜਾ ਜੀ? ਵਿਟਰਸ ਹਿਊਮਰ। ਆਪਸ਼ਨ ਬਣ ਜਾਏਗੀ ਜੀ ਆਪਣੀ ਸੈਕਿੰਡ, ਵਿਟਰਸ ਹਿਊਮਰ ਇਹਦਾ ਕਰੈਕਟ ਆਨਸਰ ਹੈ। ਉਮੀਦ ਕਰਦਾ ਅੱਜ ਦੀ ਵੀਡੀਓ ਤੁਹਾਨੂੰ ਅੱਛੀ ਲੱਗੀ ਹੋਏਗੀ। ਅਗਰ ਤੁਹਾਨੂੰ ਵੀਡੀਓ ਅੱਛੀ ਲੱਗੀ ਪਲੀਜ਼ ਆਪਣੇ ਮਾਰਕਸ ਤੁਸੀਂ ਕਮੈਂਟ ਕਰਕੇ ਜਾਓ, ਅਤੇ ਆਪਣੇ ਦੋਸਤਾਂ ਮਿੱਤਰਾਂ ਨਾਲ ਵੀ ਇਸ ਵੀਡੀਓ ਨੂੰ ਸ਼ੇਅਰ ਕਰੋ ਸੋ ਦੈਟ ਉਹ ਵੀ ਇਸ ਵੀਡੀਓ ਦਾ ਲਾਭ ਉਠਾ ਸਕਣ। ਔਰ ਅਗਰ ਤੁਹਾਨੂੰ ਕਿਸੇ ਹੋਰ ਟੌਪਿਕ 'ਤੇ ਜਾਂ ਕਿਸੇ ਹੋਰ ਸਬਜੈਕਟ ਦੇ ਟੈਸਟ ਚਾਹੀਦੇ ਨੇ ਤਾਂ ਉਹ ਵੀ ਤੁਸੀਂ ਮੈਨੂੰ ਨੀਚੇ ਕਮੈਂਟ ਬਾਕਸ ਵਿੱਚ ਦੱਸ ਸਕਦੇ ਹੋ। ਮੈਂ ਜਲਦ ਤੋਂ ਜਲਦ ਉਹਨਾਂ ਦੀ ਵੀਡੀਓ ਵੀ ਤੁਹਾਡੇ ਲਈ ਲੈ ਕੇ ਹਾਜ਼ਰ ਹੋਵਾਂਗਾ। ਧੰਨਵਾਦ ਜੀ।